ਵਾਹਿਗੁਰੂ ਸਾਹਿਬ ਜੀਓ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਪਰਮ ਸਨਮਾਨਯੋਗ ਚਬਰ ਛਤਰ ਤਖਤ ਦੇ ਮਾਲਕ, ਜੁਗ ਹੋ ਜੁਗੇ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ। ਇਨ੍ਹਾਂ ਪਾਵਨ ਦੀਵਾਨਾਂ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਅੰਮ੍ਰਿਤ ਬਚਨ, ਜਿਨ੍ਹਾਂ ਦੀ ਵਿਚਾਰ ਆਪ ਸੰਗਤ ਦੀ ਅਸੀਸ ਸਦਕਾ ਆਰੰਭ ਕੀਤੀ ਗਈ ਹੈ। ਨਿਤਨੇਮ ਸਾਹਿਬ ਜੀ ਦੀ ਪਾਵਨ ਬਾਣੀ, ਜਾਪ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਆਪਾਂ ਸਾਧ ਸੰਗਤ ਕੱਲ ਰੋਜ਼ ਤੋਂ ਆਰੰਭ ਕੀਤੀ ਹੈ। ਆਓ ਇਹਨਾਂ ਦੂਜੇ ਦੀਵਾਨਾਂ ਦੇ ਅੰਦਰ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਨੂੰ ਆਪਾਂ ਸਮਝਣ ਦਾ ਯਤਨ ਰਲ ਮਿਲ ਕੇ ਕਰਨਾ ਹੈ। ਜਿੱਥੇ ਬੜੇ ਪਿਆਰ, ਬੜੀ ਇਕਾਗਰਤਾ ਦੇ ਨਾਲ ਅੰਮ੍ਰਿਤ ਬਾਣੀ ਦੇ ਕੀਰਤਨ ਨਾਲ ਆਪ ਜੁੜ ਬੈਠੇ ਸੋ, ਇਸੇ ਤਰ੍ਹਾਂ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੋ। ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਓ। ਕਰੋ ਕਿਰਪਾ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਤਿਗੁਰਾਂ ਦੀ ਮੁਬਾਰਕ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਅੰਮ੍ਰਿਤ ਬਚਨ ਜਾਪ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦੇ ਹਾਂ। ਅੰਮ੍ਰਿਤ ਬਾਣੀ ਦੇ ਅੰਦਰੋਂ ਕੱਲ ਆਪਾਂ ਰਲ ਮਿਲ ਕੇ ਜੋ ਅੰਮ੍ਰਿਤ ਬਾਣੀ ਦੇ ਅੰਦਰ ਪਹਿਲਾ ਛੰਦ ਹੈ, ਛਪੈ ਛੰਦ ਤਪ ਪ੍ਰਸਾਦ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਇਸ ਪਾਵਨ ਛੰਦ ਨੂੰ ਆਪਾਂ ਰਲ ਮਿਲ ਕੇ ਵਿਚਾਰਨ ਦਾ ਯਤਨ ਕੀਤਾ ਸੀ। ਇਹਦੇ ਅੰਦਰ ਸਤਿਗੁਰ ਨੇ ਕਿਰਪਾ ਕਰ ਉਸ ਕਰਤੇ ਪ੍ਰਮਾਤਮਾ ਅਕਾਲ ਪੁਰਖ ਦੇ ਅੰਮ੍ਰਿਤ ਗੁਣਾਂ ਦਾ ਜ਼ਿਕਰ ਕੀਤਾ ਹੈ ਕਿ ਉਸ ਪਰਮਾਤਮਾ ਅਕਾਲ ਪੁਰਖ ਦਾ ਕੋਈ ਚੱਕਰ ਨਹੀਂ, ਕੋਈ ਚਿੰਨ੍ਹ ਨਿਸ਼ਾਨ ਨਹੀਂ, ਕਿਉਂਕਿ ਉਹ ਜਨਮ ਤੇ ਮਰਨ ਤੋਂ ਰਹਿਤ ਹੈ। ਉਹਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਰੇਖ ਨਹੀਂ। ਉਹਨੂੰ ਕਿਸੇ ਚਿੱਤਰ ਆਦਿਕ ਦੇ ਅੰਦਰ ਬੰਨ੍ਹ ਕੇ ਨਹੀਂ ਰੱਖਿਆ ਜਾ ਸਕਦਾ। ਜਿੰਦੀ ਮੂਰਤ ਦਾ ਜ਼ਿਕਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਸਮਝਾਉਂਦੇ ਨੇ ਕਿ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿੰਦੇ ਬਾਬਤ ਸਾਹਿਬਾਂ ਦੀ ਪਾਵਨ ਬਾਣੀ ਅੰਦਰੋਂ ਮੂਲ ਮੰਤਰ ਅੰਦਰ ਇਹ ਬਚਨ ਆਪਾਂ ਵਿਚਾਰ ਕੇ ਗਏ ਹਾਂ ਕਿ ਉਹ ਅਜੂਨੀ ਹੈ, ਉਹਦੀ ਮੂਰਤ ਸਮੇਂ ਦੇ ਅਧੀਨ ਨਹੀਂ, ਅਕਾਲ ਮੂਰਤ ਹੈ। ਉਹਦਾ ਪ੍ਰਕਾਸ਼ ਸੰਸਾਰ ਦੇ ਲੋਕਾਂ ਦੀ ਤਰ੍ਹਾਂ ਜਨਮ ਨਹੀਂ ਹੋਇਆ। ਉਹਦਾ ਪ੍ਰਕਾਸ਼, ਉਹਦਾ ਜਨਮ ਸਵੈਮ ਤੋਂ ਹੈ, ਆਪਣੇ ਆਪ ਤੋਂ ਹੈ, ਜਿਹਨੂੰ ਸੰਸਕ੍ਰਿਤ ਦਾ ਸ਼ਬਦ ਸੰਭੂ ਸ਼ਬਦ ਵਰਤਿਆ ਜਾਂਦਾ ਹੈ ਤੇ ਸਤਿਗੁਰ ਨੇ ਸ਼ਬਦ ਬਾਣੀ ਵਿੱਚ ਵਰਤਿਆ ਸਹਿਭੰਗ। ਆਓ ਅੱਜ ਪਹਿਲੇ ਛੰਦ ਦੇ ਅੰਦਰ ਸਤਿਗੁਰਾਂ ਨੇ ਜੋ ਪਹਿਲੀ ਪੌੜੀ ਹੈ,
ਇਹਦੇ ਤੋਂ ਆਪਾਂ ਦੂਜਾ ਛੰਦ ਵਿਚਾਰਨ ਦਾ ਯਤਨ ਕਰਨਾ ਹੈ। ਪਹਿਲੇ ਛੰਦ ਦੀ ਵਿਚਾਰ ਆਪਾਂ ਕੱਲ ਕਰ ਚੁੱਕੇ ਹਾਂ। ਅੱਜ ਇਹ ਸਾਧ ਸੰਗਤ ਜੀ ਦੂਜਾ ਛੰਦ ਹੈ ਭੁਜੰਗ ਪ੍ਰਿਆਤ ਛੰਦ। ਇਹ ਛੰਦਾਂ ਦਾ ਭੁਜੰਗ ਪ੍ਰਿਆਤ ਇਹ ਛੰਦ ਦਾ ਨਾਮ ਹੈ। ਅਸਲ ਵਿੱਚ ਇਹ ਛੰਦ ਸਾਧ ਸੰਗਤ ਜੀ ਇਹਨਾਂ ਦੀ ਵੰਨਗੀ ਹੈ। ਜਿਵੇਂ ਕੱਲ ਆਪਾਂ ਬਚਨ ਕੀਤਾ ਸੀ ਸਾਂਝਾ ਵੀ ਛਪੈ ਛੰਦ 6 ਬੰਦਾਂ ਵਾਲਾ ਛੰਦ, ਔਰ ਉਹਦੇ ਵਿੱਚ 6 ਪੰਕਤੀਆਂ ਸਨ, ਜਿੱਥੇ ਜਾ ਕੇ ਉਹ ਪਹਿਲੀ ਪੌੜੀ ਦੀ ਪਹਿਲੇ ਛੰਦ ਦੀ ਸਮਾਪਤੀ ਹੁੰਦੀ ਹੈ। ਇਸ ਤੋਂ ਬਾਅਦ ਹੁਣ ਇਹ ਹੈ ਭੁਜੰਗ ਪ੍ਰਿਆਤ ਛੰਦ। ਭੁਜੰਗ ਦਾ ਆਖਰੀ ਅਰਥ ਸਾਧ ਸੰਗਤ ਜੀ ਹੁੰਦਾ ਹੈ ਸੱਪ। ਅਸੀਂ ਪੰਜਾਬੀ ਦੇ ਖਾਲਸੀ ਬੋਲਿਆਂ ਵਿੱਚ ਸ਼ਬਦ ਵਰਤਨੇ ਆ ਭੁਜੰਗੀ। ਭੁਜੰਗ ਦਾ ਮਤਲਬ ਹੁੰਦਾ ਹੈ ਸੱਪ, ਭਾਵ ਜਿਵੇਂ ਸੱਪ ਦੀ ਇੱਕ ਚਾਲ ਹੁੰਦੀ ਹੈ, ਇਸ ਚਾਲ ਦੇ ਅੰਦਰ ਇਸ ਛੰਦ ਨੂੰ ਗਾਇਆ ਜਾਂਦਾ ਹੈ। ਮੈਂ ਥੋੜਾ ਜਿਹਾ ਆਪ ਜੀ ਦੇ ਸਾਹਮਣੇ ਗਾਣ ਦਾ ਯਤਨ ਕਰਨਾ, ਕਿਉਂਕਿ ਜਿਹੜੀ ਚੀਜ਼ ਜਿਹੜਾ ਛੰਦ ਜਿਸ ਲਹਿ ਦੇ ਵਿੱਚ ਗਾਇਆ ਜਾਣਾ ਚਾਹੀਦਾ, ਜਦੋਂ ਉਸ ਲਹਿ ਦੇ ਵਿੱਚ ਉਹਨੂੰ ਗਾਵਾਂਗੇ ਤੇ ਸਾਧ ਸੰਗਤ ਜੀ ਉਹਨੂੰ ਪੜ੍ਹਨ ਦਾ ਆਨੰਦ ਹੋਰ ਵੀ ਜ਼ਿਆਦਾ ਆਏਗਾ। ਸਾਹਿਬ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ, ਸਾਹਿਬ ਕਹਿੰਦੇ ਨੇ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ, ਕਿ ਹੇ ਮੇਰੇ ਮਾਲਕ ਜੀ ਨਮਸਤੰ ਸ਼ਬਦ ਧਿਆਨ ਦੇਣਾ, ਜਿਹੜੀਆਂ ਪਹਿਲੀਆਂ 2 ਪੰਕਤੀਆਂ ਨੇ ਉਹਨਾਂ ਵਿੱਚ ਸ਼ਬਦ ਹੈ ਨਮਸਤੰ, ਤੱਤੇ ਦੇ ਪੈਰ ਦੇ ਵਿੱਚ ਵਾਵਾ ਹੈ। ਜੇ ਸਾਧ ਸੰਗਤ ਜੀ ਇਹਨੂੰ ਨਮਸਤਵੰਗ ਪੜਾਂਗੇ ਤੇ ਵਾਵਾ ਪੂਰੇ ਸ਼ਬਦ ਵਿੱਚ ਆਏਗਾ, ਪੂਰਨ ਰੂਪ ਵਿੱਚ ਨਾਲ ਬੋਲਿਆ ਹੋਣਾ ਚਾਹੀਦਾ ਹੈ, ਕਿਉਂਕਿ ਇੱਥੇ ਵਾਵਾ ਪੈਰ ਵਿੱਚ। ਕੱਲ ਵੀ ਆਪਾਂ ਸ਼ਬਦ ਪੜਿਆ ਸੀ ਤਵ ਪ੍ਰਸਾਦ, ਉਹਨੂੰ ਤਵ ਨਹੀਂ ਪੜਨਾ, ਤੋ ਪ੍ਰਸਾਦ, ਤੱਤੇ ਦੇ ਪੈਰ ਦੇ ਵਿੱਚ ਔਂਕੜ ਦੀ ਆਵਾਜ਼ ਵਿੱਚ ਬੋਲਣਾ ਹੈ। ਥੋੜਾ ਜਿਹਾ ਜ਼ੋਰ ਦੇ ਕੇ ਬੋਲਾਂਗੇ ਤੇ ਉਹ ਵਾਵਾ ਵੱਖਰਾ ਹੋ ਜਾਏਗਾ। ਕਿਉਂਕਿ ਕੱਲ ਬੇਨਤੀ ਕੀਤੀ ਸੀ ਸਾਧ ਸੰਗਤ, ਅਸਲ ਵਿੱਚ ਕਾਵ ਰਚਨਾ ਜਿਹੜੀ ਹੈ ਉਹਦੇ ਵਿੱਚ ਮਾਤਰਾਵਾਂ ਦਾ ਤੋਲ ਮੋਲ ਬੜਾ ਧਿਆਨ ਵਿੱਚ ਰੱਖ ਕੇ ਉਸ ਚੀਜ਼ ਨੂੰ ਛੰਦਾਬੰਦ ਕੀਤਾ ਜਾਂਦਾ ਹੈ। ਔਰ ਜਿਸ ਵਿਚਾਰ ਨੂੰ ਸਤਿਗੁਰਾਂ ਨੇ ਆਪ ਇਹਨਾਂ ਧਿਆਨ ਵਿੱਚ ਉਚਾਰਨ ਕੀਤਾ ਲਿਖਿਆ, ਤੇ ਸਾਡਾ ਫਰਜ਼ ਬਣਦਾ ਵੀ ਅਸੀਂ ਉਹਨੂੰ ਓਨੇ ਹੀ ਪਿਆਰ ਦੇ ਵਿੱਚ ਉਸੇ ਢੰਗ ਦੇ ਨਾਲ ਗਾਣ ਦਾ, ਬੋਲਣ ਦਾ, ਪੜ੍ਹਨ ਦਾ ਯਤਨ ਕਰੀਏ। ਇੱਥੇ ਪਹਿਲੀਆਂ ਜਿਹੜੀਆਂ 2 ਪੰਕਤੀਆਂ ਨੇ ਉਹਨਾਂ ਵਿੱਚ ਸ਼ਬਦ ਹੈ ਨਮਸਤਵੰ। ਇਹਨੂੰ ਵਵੇ ਨੂੰ ਪੂਰੀ ਤਰ੍ਹਾਂ ਨਹੀਂ ਪੜ੍ਹਨਾ। ਨਮਸਤਵੰ ਨਮਸਤੰ ਅਕਾਲੇ ਨਮਸਤੰ ਕਿਰਪਾਲੇ। ਸਤਿਗੁਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਨਮਸਤੰ ਦਾ ਅਰਥ ਹੈ ਨਮਸਕਾਰ। ਹੇ ਮੇਰੇ ਪਰਿਪੂਰਨ ਪਰਮਾਤਮਾ ਅਕਾਲ ਪੁਰਖ, ਤੈਨੂੰ ਨਮਸਕਾਰ ਹੈ। ਅਕਾਲੇ ਦਾ ਅਰਥ ਹੈ ਸਾਧ ਸੰਗਤ ਜੀ ਜਿੰਦੇ ਤੇ ਸਮੇਂ ਦਾ ਪ੍ਰਭਾਵ ਨਹੀਂ, ਜਿਹੜਾ ਕਾਲ ਤੋਂ ਰਹਿਤ ਹੈ, ਮੌਤ ਤੋਂ ਰਹਿਤ ਹੈ। ਕਿਉਂਕਿ ਜਿਹੜੀ ਚੀਜ਼ ਸੰਸਾਰ ਦੇ ਅੰਦਰ ਪੈਦਾ ਹੋਈ ਹੈ, ਕਾਲ ਦਾ ਮਤਲਬ ਸਮਾਂ ਵੀ ਹੁੰਦਾ ਹੈ, ਕਾਲ ਦਾ ਮਤਲਬ ਮੌਤ ਵੀ ਹੁੰਦਾ ਹੈ। ਅਸੀਂ ਸ਼ਬਦ ਵਰਤਨੇ ਆ ਵੀ ਇਹ ਸੰਸਾਰ, ਅਸੀਂ ਸਮੇਂ ਨੂੰ 3 ਹਿੱਸਿਆਂ ਵਿੱਚ ਵੰਡਦੇ ਹਾਂ। ਇੱਕ ਹੈ ਵਰਤਮਾਨ ਕਾਲ ਜਿੰਦੇ ਵਿੱਚ ਅਸੀਂ ਜੀ ਰਹੇ ਹਾਂ, ਇੱਕ ਸਾਡਾ ਭੂਤ ਕਾਲ ਜਿਹੜਾ ਸਾਡਾ ਭੂਤ ਕਾਲ ਲੰਘ ਚੁੱਕਾ ਹੈ, ਇੱਕ ਹੈ ਸਾਡਾ ਭਵਿੱਖ ਕਾਲ ਜਿਹੜਾ ਸਾਡਾ ਆਉਣ ਵਾਲਾ ਸਮਾਂ ਹੈ। ਇਹਨੂੰ ਸਮੇਂ ਨੂੰ, ਉਸ ਵੰਡ ਨੂੰ ਕਿਹਾ ਜਾਂਦਾ ਹੈ ਕਾਲ। ਇਹਦੇ ਲਈ ਅੰਗਰੇਜ਼ੀ 'ਚ ਸ਼ਬਦ ਵਰਤਿਆ ਜਾਂਦਾ ਟੈਂਸ, ਪ੍ਰੈਜ਼ੈਂਟ ਟੈਂਸ, ਫਿਊਚਰ ਟੈਂਸ ਤੇ ਪਾਸਟ ਟੈਂਸ। ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਿਹੜਾ ਸ਼ਬਦ ਵਰਤਿਆ ਹੈ, ਕਿਉਂਕਿ ਇਸ ਸਮੁੱਚੀ ਬਾਣੀ ਦੇ ਅੰਦਰ ਆਪ ਇਹ ਧਿਆਨ ਵਿੱਚ ਰੱਖੋ, ਇੱਥੇ ਸਿਰਫ ਕਰਤੇ ਦੀ ਉਸਤਤ ਹੈ। ਇਹ ਸਾਰੇ ਸ਼ਬਦ ਪਰਮਾਤਮਾ ਅਕਾਲ ਪੁਰਖ ਦੀ ਵਡਿਆਈ ਵਿੱਚ ਉਚਾਰਨ ਕੀਤੇ ਸ਼ਬਦ ਨੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਅਕਾਲੇ। ਕਾਲ ਦਾ ਮਤਲਬ ਹੈ ਸਮੇਂ ਦੇ ਅਧੀਨ, ਮੌਤ ਦੇ ਅਧੀਨ। ਅਗੇਤਰ ਸ਼ਬਦ ਲੱਗਾ ਹੈ ਅਕਾਲੇ ਐੜਾ। ਹੁਣ ਸਾਰੀ ਜਿਹੜੀ ਬਾਣੀ ਦੀ ਰਚਨਾ ਇਹਦੇ ਵਿੱਚ ਤੁਸੀਂ ਵੇਖੋਗੇ, ਸਾਰਿਆਂ ਸ਼ਬਦਾਂ ਦੇ ਅਗੇਤਰ ਐੜਾ ਸ਼ਬਦ ਆਏਗਾ। ਧਿਆਨ ਦੇਣਾ, ਉਸ ਸੈਂਸ ਨੂੰ ਪੂਰੀ ਤਰ੍ਹਾਂ ਚੇਂਜ ਕੀਤਾ, ਬਦਲਿਆ। ਜਿਹੜੀ ਚੀਜ਼ ਸਮੇਂ ਦੇ ਅਧੀਨ ਹੈ ਉਹਨੂੰ ਸਭ ਕਹਿੰਦੇ ਨੇ ਅਕਾਲੇ। ਅਕਾਲ ਸ਼ਬਦ ਭਾਵ ਉਹ ਬਿਲਕੁਲ ਵਿਪਰੀਤ ਸੈਂਸ ਵਿੱਚ ਸ਼ਬਦ ਹੋ ਗਿਆ, ਜਿਹੜਾ ਕਾਲ ਦੇ ਅਧੀਨ ਨਹੀਂ।
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ, ਹੇ ਅਕਾਲ ਪੁਰਖ ਪਰਿਪੂਰਨ ਪਰਮਾਤਮਾ, ਤੈਨੂੰ ਨਮਸਕਾਰ ਹੈ। ਤੇਰੇ ਉੱਪਰ ਸਮੇਂ ਦਾ ਪ੍ਰਭਾਵ ਨਹੀਂ, ਤੂੰ ਮੌਤ ਤੋਂ ਰਹਿਤ ਹੈ। ਤੇਰੀ ਜਿਹੜੀ ਹਸਤੀ ਹੈ ਉਹ ਨਾ ਜੰਮਦੀ ਹੈ ਨਾ ਮਰਦੀ ਹੈ। ਪਰਮਾਤਮਾ ਉਹ ਤਾਕਤ ਤੇ ਉਹ ਸੱਤਾ ਹੈ, ਉਹ ਪਾਵਰ ਹੈ, ਉਹ ਜੋਤ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ, ਉਹਦੇ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ, ਉਹ ਜਨਮ ਤੇ ਮਰਨ ਤੋਂ ਰਹਿਤ ਹੈ। ਸਾਹਿਬਾਂ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ, ਸਤਿਗੁਰਾਂ ਨੇ ਅੰਮ੍ਰਿਤ ਬਾਣੀ ਵਿੱਚ ਬੇਅੰਤ ਬਚਨ ਐਸੇ ਬਖਸ਼ਿਸ਼ ਕੀਤੇ ਨੇ, ਜਿੱਥੇ ਦਾਤਾਰ ਪਿਤਾ ਜੀ ਨੇ ਬਖਸ਼ਿਸ਼ ਭਰੇ ਬਚਨ ਕਹੇ ਨੇ ਕਿ ਸਾਰੀ ਦੁਨੀਆ ਕਾਲ ਦੇ ਅਧੀਨ ਹੈ, ਪਰ ਵਾਹਦ ਇੱਕੋ ਇੱਕ ਹਸਤੀ ਹੈ, ਪਰਮਾਤਮਾ ਅਕਾਲ ਪੁਰਖ, ਜਿੰਦੇ ਤੇ ਸਮੇਂ ਦਾ ਪ੍ਰਭਾਵ ਨਹੀਂ। ਨਮਸਤੰ ਅਕਾਲੇ ਨਮਸਤੰ ਕਿਰਪਾਲੇ, हे ਸਤਿਗੁਰ ਤੈਨੂੰ ਨਮਸਕਾਰ ਹੈ, ਤੂੰ ਕਿਰਪਾ ਦਾ ਘਰ ਹੈ, ਦਇਆ ਦਾ ਘਰ ਹੈ। ਕਿਰਪਾਲੇ ਦਾ ਭਾਵੇਂ ਕਿਰਪਾ ਕਰਨ ਵਾਲਾ, ਬਖਸ਼ਿਸ਼ ਕਰਨ ਵਾਲਾ, ਦਇਆ ਕਰਨ ਵਾਲਾ। हे ਸਤਿਗੁਰ ਜੀ ਤੂੰ ਦਇਆ ਦਾ ਘਰ ਹੈ, ਤੇਰੇ ਅੰਦਰ ਦਇਆ ਹੀ ਦਇਆ ਹੈ। ਕੋਈ ਤੈਨੂੰ ਚੇਤੇ ਕਰਦਾ ਹੈ ਤੂੰ ਉਹਦੇ ਤੇ ਵੀ ਦਇਆ ਕਰਦਾ ਹੈ, ਕੋਈ ਤੈਨੂੰ ਚੇਤੇ ਨਹੀਂ ਕਰਦਾ ਸਤਿਗੁਰ ਤੂੰ ਉਹਦੇ ਤੇ ਵੀ ਦਇਆ ਕਰਦਾ ਹੈ। ਕਿਰਪਾਲੇ ਦਾ ਮਤਲਬ ਹੈ ਕਿਰਪਾ ਕਰਨ ਵਾਲਾ, ਜਿੰਦਾ ਸੁਭਾਅ ਹੈ ਹਰ ਵੇਲੇ ਕਿਰਪਾ ਕਰਨੀ, ਜਿੰਦੇ ਸੁਭਾਵ ਦੇ ਵਿੱਚ ਹੈ ਹਰ ਵੇਲੇ ਪ੍ਰਤਪਾਲਨਾ ਕਰਨੀ, ਹਰ ਵੇਲੇ ਬਖਸ਼ਿਸ਼ ਕਰਨੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ, ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਜੂਪੇ। हे ਮੇਰੇ ਸਤਿਗੁਰ ਜੀ ਤੇਰਾ ਕੋਈ ਖਾਸ ਰੂਪ ਨਹੀਂ। ਜਿਵੇਂ ਸੰਸਾਰ ਅੰਦਰ ਮਨੁੱਖ ਦਾ ਸਰੂਪ ਹੈ, ਪਸ਼ੂ ਪੰਛੀ ਵਨਸਪਤੀ ਹਰ ਚੀਜ਼ ਦਾ ਇੱਕ ਰੂਪ ਹੈ। ਕਿਸੇ ਚੀਜ਼ ਨੂੰ ਅਸੀਂ ਜਦੋਂ ਨਾਮ ਲੈਂਦੇ ਹਾਂ, ਸਾਧ ਸੰਗਤ ਆਪ ਇੰਨੇ ਗੁਰੂ ਚਰਨਾਂ ਵਿੱਚ ਬੈਠੇ ਹੋ, ਮੈਂ ਤੁਹਾਡੇ ਵਿੱਚੋਂ ਕਿਸੇ ਸੱਜਣ ਦਾ ਨਾਮ ਲਵਾਂ ਜਿਹਨੂੰ ਤੁਸੀਂ ਜਾਣਦੇ ਹੋ, ਜਦੋਂ ਅਸੀਂ ਉਹਦਾ ਨਾਮ ਲਵਾਂਗੇ ਤੇ ਉਹਦੀ ਪਿਕਚਰ ਇੱਕਦਮ ਸਾਡੇ ਅੱਖਾਂ ਦੇ ਸਾਹਮਣੇ ਬਣ ਜਾਏਗੀ। ਪਰ ਜਦੋਂ ਅਸੀਂ ਪਰਮਾਤਮਾ ਨੂੰ ਚੇਤੇ ਕਰਾਂਗੇ ਤੇ ਸਾਡੇ ਸਾਹਮਣੇ ਪਰਮਾਤਮਾ ਦੀ ਕਿਹੋ ਜਿਹੀ ਚਿੱਤਰ ਬਣੇਗਾ, ਕਿਉਂਕਿ ਉਹਦਾ ਤੇ ਕੋਈ ਰੂਪ ਹੈ ਹੀ ਨਹੀਂ। ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ, ਮੇਰੇ ਮਾਲਕ ਜੀ ਨਮਸਤੰ ਅਰੂਪੇ ਨਮਸਤੰ ਅਨੂਪੇ, ਤੇਰਾ ਕੋਈ ਖਾਸ ਰੂਪ ਨਹੀਂ। ਪਰ ਸਤਿਗੁਰ ਪਾਤਸ਼ਾਹ ਜੀ ਨੇ ਦੋ ਸਰੂਪਾਂ ਦਾ ਜ਼ਿਕਰ ਕੀਤਾ ਹੈ ਬਾਣੀ ਵਿੱਚ। ਗੁਰੂ ਗੋਬਿੰਦ ਨਾਨਕ ਸਾਹਿਬ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਇਹ ਇੰਜ ਸਮਝ ਲਓ ਵੀ ਸਾਧ ਸੰਗਤ, ਇਹ ਇੱਕ ਚੱਲਣ ਦੀ ਬੰਦੇ ਦਾ ਇਸ ਸਫ਼ਰ ਤੈਅ ਕਰਨ ਦੇ ਲਈ ਇਹ ਪਹਿਲਾ ਪੜਾਅ ਹੈ। ਜਦੋਂ ਸੋਝੀ ਆ ਜਾਂਦੀ ਹੈ ਸਤਿਗੁਰ ਪਰਮਾਤਮਾ ਦੇ ਅੰਮ੍ਰਿਤ ਦਰ ਦੀ, ਉਹਦੀ ਖੇਡ ਦੀ, ਫਿਰ ਸੋਝੀ ਪੈਂਦੀ ਹੈ ਵੀ ਮੇਰੇ ਮਾਲਕ ਜੀ ਸਹਿਜ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਇਹ ਸੋਝੀ ਉਦੋਂ ਪੈਂਦੀ ਜਦੋਂ ਇਸ ਪੈਂਡੇ ਨੂੰ ਬੰਦਾ ਤੈਅ ਕਰਨਾ ਸ਼ੁਰੂ ਕਰ ਦਿੰਦਾ ਤੇ ਸਤਿਗੁਰ ਦੇ ਹੁਕਮ ਦੀ ਸੋਝੀ ਆ ਜਾਂਦੀ। ਧੰਨ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਸਤਿਗੁਰ ਤੇਰਾ ਕੋਈ ਖਾਸ ਰੂਪ ਨਹੀਂ। ਨਮਸਤੰ ਅਨੂਪੇ, ਅਨੂਪੇ ਦਾ ਭਾਵ ਹੈ ਨੂਪ। ਧਿਆਨ ਦੇਣਾ, ਅਨੂਪੇ ਦਾ ਮਤਲਬ ਹੈ ਉਪਮਾ ਤੋਂ ਰਹਿਤ। ਵੇਖੋ ਸੰਸਾਰ ਦੇ ਅੰਦਰ ਤੁਸੀਂ ਕਿਸੇ ਦੀ, ਮੈਂ ਕਿਸੇ ਦੀ ਵਡਿਆਈ ਕਰਾਂ, ਜਾਂ ਅਸੀਂ ਚਾਹੁੰਦੇ ਹਾਂ ਵੀ ਦੁਨੀਆ ਦੇ ਅੰਦਰ ਸਾਡੀ ਉਪਮਾ ਹੋਵੇ, ਸਾਡੀ ਵਡਿਆਈ ਹੋਵੇ। ਕਿਸੇ ਬੰਦੇ ਕੋਲੋਂ ਕੋਈ ਖਾਸ ਗੁਣ ਹੈ ਤੇ ਜੇ ਉਹਦੇ ਉਸ ਖਾਸ ਗੁਣ ਦੀ ਵਡਿਆਈ ਨਾ ਕੀਤੀ ਜਾਏ, ਸਾਡੇ ਅੰਦਰ ਦੇ ਭਾਵ ਬਦਲਦੇ ਨੇ। ਪਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ, ਉਹ ਪਰਮਾਤਮਾ ਉਪਮਾ ਤੋਂ ਰਹਿਤੇ, ਜਿੰਦੀ ਸਤਿਗੁਰ ਕਹਿੰਦੇ ਨੇ ਹਸਤੀ ਕੋਈ ਨਹੀਂ, ਭਾਵ ਜਿੰਦਾ ਰੂਪ ਰੰਗ ਰੇਖ ਕੋਈ ਨਹੀਂ। ਸਤਿਗੁਰ ਕਹਿੰਦੇ ਨੇ ਉਹਦੀ ਉਪਮਾ ਕੀ ਕਰੋਗੇ, ਉਹ ਉਪਮਾ ਤੋਂ ਰਹਿਤ ਹੈ। ਦੂਜੀ ਬਾਣੀ ਦੇ ਵਿੱਚ ਇੱਕ ਵਿਚਾਰ ਹੋਰ ਵੀ ਸਤਿਗੁਰ ਨੇ ਦਿੱਤੀ ਹੈ। ਪਾਤਸ਼ਾਹ ਕਹਿੰਦੇ ਨੇ ਉਸ ਦੀ ਉਪਮਾ ਇਸ ਕਰਕੇ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹਦੇ ਵਰਗਾ ਕੋਈ ਸੰਸਾਰ ਤੇ ਹੈ ਹੀ ਨਹੀਂ। ਦੋ ਸ਼ਬਦ ਹੁੰਦੇ ਨੇ ਸਾਧ ਸੰਗਤ, ਇੱਕ ਉਪਮਾ ਤੇ ਇੱਕ ਉਪਮੇ। ਜਿੰਦੀ ਉਪਮਾ ਕੀਤੀ ਜਾਂਦੀ ਹੈ ਉਹਨੂੰ ਕਿਸੇ ਨਾ ਕਿਸੇ ਨਾਲ ਤਰਜੀਹ ਦਿੱਤੀ ਜਾਂਦੀ ਵੀ ਫਲਾਣਾ ਤੇ ਫਲਾਣੇ ਵਰਗਾ ਹੈ। ਧਿਆਨ ਦੇਣਾ, ਕਿਸੇ ਬੰਦੇ ਦੀ ਜਦੋਂ ਤੁਸੀਂ ਉਪਮਾ ਕਰੋਗੇ ਤੇ ਤੁਸੀਂ ਆਖੋਗੇ ਇਹ ਬੰਦਾ ਬਿਲਕੁਲ ਉਹਦੇ ਵਰਗਾ ਹੈ। ਮੰਨ ਲਓ ਸਾਧ ਸੰਗਤ, ਕੋਈ ਚੰਗਾ ਖੇਡਦਾ ਹੈ ਕ੍ਰਿਕਟ ਦੀ ਦੁਨੀਆ ਦੇ ਅੰਦਰ, ਤੇ ਤੁਸੀਂ ਜਦੋਂ ਉਹਦੀ ਉਪਮਾ ਕਰੋਗੇ ਕਹਿੰਦਾ ਫਲਾਣਾ ਬੰਦਾ ਤੇ ਫਲਾਣੇ ਦੀ ਤਰ੍ਹਾਂ ਖੇਡਦਾ ਹੈ। ਕੋਈ ਬਹੁਤ ਪੜ੍ਹਾਈ ਦੇ ਵਿੱਚ ਇੰਟੈਲੀਜੈਂਟ ਹੋਵੇ
ਤੁਸੀਂ ਕਹੋਗੇ ਫਲਾਣਾ ਬੰਦੇ ਦਾ ਦਿਮਾਗ ਫਲਾਣੇ ਜੈਸਾ ਹੈ, ਕੋਈ ਸਮਾਜਿਕ ਤੌਰ ਤੇ ਬੜੇ ਸੋਹਣੇ ਕਾਰਜ ਕਰਦਾ ਹੋਵੇ ਸੰਸਾਰ ਅੰਦਰ, ਤੁਸੀਂ ਕਹੋਗੇ ਇੰਨਾ ਵੱਡਾ ਸਮਾਜ ਸੇਵੀ, ਇਹ ਤੇ ਫਲਾਣੇ ਵਰਗਾ ਹੈ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ ਕਿ ਉਸ ਮਾਲਕ ਦੀ ਕੀ ਉਪਮਾ ਕਰੋਗੇ, ਉਹਦੇ ਵਰਗਾ, ਉਹਦੇ ਜਿੱਡਾ ਸੰਸਾਰ ਤੇ ਹੋਰ ਕੋਈ ਹੈ ਹੀ ਨਹੀਂ। ਜਿਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ, ਜੀ ਵਡਿਆਪ ਤੇ ਵਡਿਆਪ ਆਪ, ਨਾਨਕ ਨਦਰੀ ਕਰਮੀ ਦਾਤ। ਸਾਹਿਬ ਜੀ ਕਹਿੰਦੇ ਨੇ ਨਮਸਤੰ ਅਨੂਪੇ, ਉਹ ਉਪਮਾ ਤੋਂ ਰਹਿਤ ਹੈ। ਉਹਦੀ ਉਪਮਾ ਕੋਈ ਤਾਂ ਕਰੇਗਾ ਜੇ ਉਹ ਦੇ ਵਰਗਾ ਸੰਸਾਰ ਤੇ ਉਹਦੇ ਜਿੱਡਾ ਕੋਈ ਹੋਰ ਹੋਵੇ ਜਾਂ ਉਹਦੇ ਤੋਂ ਵੱਡਾ ਕੋਈ ਹੋਰ ਹੋਵੇ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਤੀਸਰੀ ਪੌੜੀ ਵਿੱਚ, ਸਾਹਿਬ ਕਹਿੰਦੇ ਨੇ ਨਮਸਤੰ ਅਪੇਖੇ ਨਮਸਤੰ ਅਲੇਖੇ, ਨਮਸਤੰ ਅਕਾਏ ਨਮਸਤੰ ਅਜਾਏ, ਨਮਸਤੰ ਅਪੇਖੇ। ਅਪੇਖੇ ਦਾ ਮਤਲਬ ਹੁੰਦਾ ਭੇਖ, ਦਾ ਮਤਲਬ ਹੁੰਦਾ ਪਹਿਰਾਵਾ। ਅਪੇਖ ਦਾ ਮਤਲਬ ਹੋ ਗਿਆ ਜਿੰਦਾ ਕੋਈ ਖਾਸ ਪਹਿਰਾਵਾ ਨਹੀਂ, ਕੋਈ ਖਾਸ ਥਾਂ ਨਹੀਂ। ਅਪੇਖ ਸਤਿਗੁਰ ਕਹਿੰਦੇ ਨੇ ਉਹਦਾ ਭੇਖ ਕੀ ਬਿਆਨ ਕਰਾਂਗੇ ਵੀ ਉਹ ਕਿਹੋ ਜਿਹੇ ਕੱਪੜੇ ਪਾਉਂਦਾ ਹੈ। ਧਿਆਨ ਦੇਣਾ, ਦੁਨੀਆ ਦੇ ਅੰਦਰ ਧਰਮ ਦੇ ਨਾਮ ਤੇ ਪਹਿਰਾਵੇ ਕਰਕੇ ਬੜੀ ਲੜਾਈ ਹੈ। ਭੇਖ ਦਿਖਾ ਕੇ ਇਨਸਾਨ ਨੂੰ ਧਰਮ ਦੀ ਦੁਨੀਆ ਵਿੱਚ ਅੱਜ ਲੁੱਟਦਾ ਪਿਆ। ਔਰ ਸੱਚ ਵਿੱਚ ਜਿੰਨਾ ਡਰਾਮਾ ਸਾਧ ਸੰਗਤ ਜੀ ਸਾਰਾ ਭੇਖ ਦਾ ਹੀ ਹੈ। ਤੁਸੀਂ ਕਿਸੇ ਪਾਸੇ ਧਿਆਨ ਮਾਰ ਕੇ ਵੇਖ ਲਵੋ। ਔਰ ਇਹ ਵੀ ਹਕੀਕਤ ਸੱਚ ਹੈ ਵੀ ਅਸੀਂ ਭੇਖ ਨੂੰ ਹੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਤਰਜੀਹ ਦਿੰਦੇ ਹਾਂ। ਧਰਮ ਦੀ ਦੁਨੀਆ ਦੇ ਅਸੀਂ ਲਿਬਾਸ ਮਿਥ ਲਏ। ਹਿੰਦੂ ਹੈ ਤੇ ਉਹਦੇ ਧਰਮ ਦਾ ਲਿਬਾਸ ਇਹ ਹੈ, ਸਿੱਖ ਹੈ ਤੇ ਉਹਦਾ ਧਰਮ ਦਾ ਲਿਬਾਸ ਇਹ ਹੈ, ਮੁਸਲਮਾਨ ਹੈ ਤੇ ਉਹਦਾ ਧਰਮ ਦਾ ਲਿਬਾਸ ਇਹ ਹੈ। ਪਰ ਜਦੋਂ ਆਪਾਂ ਸਿੱਖ ਰਹਿਤ ਮਰਿਆਦਾ ਪੜ੍ਹਦੇ ਹਾਂ, ਉਹਦੇ ਅੰਦਰ ਬਕਾਇਦਾ ਜ਼ਿਕਰ ਕੀਤਾ ਗਿਆ ਸਾਧ ਸੰਗਤ ਜੀ ਕਿ 5 ਕਕਾਰ ਜਿਹੜੇ ਨੇ ਪੰਥ ਵੱਲੋਂ ਬਖਸ਼ਿਸ਼ ਨੇ, ਗੁਰੂ ਵੱਲੋਂ ਜਿਨ੍ਹਾਂ ਦੀ ਬਖਸ਼ਿਸ਼ ਹੈ, ਇਹ 5 ਕਕਾਰ ਜ਼ਰੂਰੀ ਨੇ। ਬਾਕੀ ਪਹਿਰਾਵਾ ਭੇਖ ਬੰਦਾ ਕਿਸੇ ਵੀ ਤਰ੍ਹਾਂ ਦਾ ਪਾ ਸਕਦਾ ਹੈ, ਪਰ ਉਹ ਪਹਿਰਾਵਾ ਸਰੀਰ ਦੇ ਅਨੁਕੂਲ ਹੋਵੇ। ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਾਬਾ ਹੋਰ ਪਹਿਨਣ ਖੁਸ਼ੀ ਖਵਾਰ, ਜਿਤ ਪੈਦਾ ਤਨ ਪੀੜੀਐ ਮਨ ਮੈਂ ਚਲੇ ਵਿਕਾਰ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨਮਸਤੰ ਅਪੇਖੇ, ਉਹਦਾ ਕੋਈ ਖਾਸ ਭੇਖ ਨਹੀਂ, ਪਹਿਰਾਵਾ ਨਹੀਂ। ਜੇ ਉਹਨੂੰ ਬਿਆਨ ਕਰਨ ਲੱਗਿਆ ਕਹੀਏ ਵੀ ਫਲਾਣਾ ਭੇਖ ਵੇਖ ਕੇ ਵੀ ਇਹ ਤੇ ਪਰਮਾਤਮਾ ਦਾ ਭੇਖ ਹੈ। ਸਤਿਗੁਰੂ ਕਹਿੰਦੇ ਨੇ ਇਹ ਸਾਰੇ ਭੇਖ ਹੁੰਦੇ ਹੀ ਨੇ ਜਿੰਨੇ ਸੰਸਾਰ ਵਿੱਚ ਨੇ, ਪਰ ਉਹਦਾ ਆਪਣਾ ਕੋਈ ਖਾਸ ਭੇਖ ਨਹੀਂ ਹੈ, ਪਹਿਰਾਵਾ ਨਹੀਂ ਹੈ। ਨਮਸਤੰ ਅਲੇਖੇ, ਅਲੇਖੇ ਦਾ ਮਤਲਬ ਹੈ ਲੇਖ ਤੋਂ ਰਹਿਤ। ਧਿਆਨ ਦੇਣਾ, ਸਾਹਿਬ ਕਹਿੰਦੇ ਨੇ ਉਹ ਪਰਮਾਤਮਾ ਲੇਖ ਤੋਂ ਰਹਿਤ ਹੈ। ਲੇਖ ਦਾ ਮਤਲਬ ਹੈ ਸਾਧ ਸੰਗਤ ਚਿੱਤਰ। ਧਿਆਨ ਦੇਣਾ, ਲੇਖ ਦਾ ਮਤਲਬ ਚਿੱਤਰ, ਤਸਵੀਰ। ਉਹਨੂੰ ਚਿੱਤਰਿਆ ਨਹੀਂ ਜਾ ਸਕਦਾ, ਉਹਦੀ ਤਸਵੀਰ ਬਣਾ ਕੇ ਨਹੀਂ ਪੇਸ਼ ਕੀਤਾ ਜਾ ਸਕਦਾ ਵੀ ਪਰਮਾਤਮਾ ਇਹੋ ਜਿਹਾ। ਸਾਹਿਬ ਕਹਿੰਦੇ ਨੇ ਉਹ ਲੇਖੇ ਵਿੱਚ ਨਹੀਂ, ਉਹ ਚਿੱਤਰ ਜਾਂ ਤਸਵੀਰ ਵਿੱਚ ਨਹੀਂ ਬਣਾਇਆ ਜਾ ਸਕਦਾ। ਜਿਹਨੂੰ ਆਪਾਂ ਹੁਣੇ ਸਾਂਝਾ ਕਰਕੇ ਗਏ ਵੀ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਉਹ ਅਪੇਖ ਹੈ, ਉਹ ਲੇਖ ਹੈ। ਨਮਸਤੰ ਅਕਾਏ ਨਮਸਤੰ ਅਜਾਏ। ਅਕਾਏ ਦਾ ਆਖਰੀ ਅਰਥ ਹੈ ਸਾਧ ਸੰਗਤ ਜੀ ਸਰੀਰ ਤੋਂ ਰਹਿਤ। ਕਾਏ ਕਾਇਆ, ਅਕਾਏ ਜਿੰਦੀ ਕਾਇਆ ਨਹੀਂ। ਇਸ ਸੰਸਾਰ ਦੇ ਅੰਦਰ ਅਸੀਂ ਜਿੰਨੇ ਜੀਵ ਪੈਦਾ ਹੋਏ ਹਾਂ, ਪੰਛੀ ਪੈਦਾ ਹੋਏ ਨੇ, ਜੀਵ ਪੈਦਾ ਹੋਏ ਨੇ, ਉਹਨਾਂ ਦੀ ਉਤਪਤੀ ਦਾ ਕੋਈ ਕਾਰਨ ਹੈ। ਜਦੋਂ ਮਨੁੱਖਾ ਜਨਮ ਦੀ ਗੱਲ ਆਉਂਦੀ ਹੈ ਤੇ ਸਾਹਿਬ ਕਹਿੰਦੇ ਨੇ ਮਾਤ ਪਿਤਾ ਬਿਨ ਬਾਲ ਨਾ ਹੋਈ। ਕੁਦਰਤੀ ਨਿਯਮ ਹੈ, ਇਹ ਸੰਸਾਰ ਦਾ ਨਿਯਮ ਹੈ। ਇਹਨੂੰ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਪਿਤਾ ਦਾ ਵੀਰਜ ਤੇ ਮਾਂ ਦਾ ਰਕਤ, ਜਿੰਦੇ ਤੋਂ ਇਸ ਸਰੀਰ ਦੀ ਉਤਪਤੀ ਹੋਈ। ਰਕਤ ਬਿੰਦ ਕਰ ਨਿਮਿਆ ਅਗਨ ਉਦਰ ਮਝਾਰ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ। ਹੁਣ ਪਾਤਸ਼ਾਹ ਜੀ ਕਹਿੰਦੇ ਨੇ ਪਰ ਜਿਹੜਾ ਉਹ ਪਰਮਾਤਮਾ ਕਰਤਾ ਅਕਾਲ ਪੁਰਖ ਸਾਹਿਬ ਕਹਿੰਦੇ ਨੇ ਤੈਨੂੰ ਨਮਸਕਾਰ, हे ਮੇਰੇ ਮਾਲਕ ਜੀ, ਤੇਰਾ ਕੋਈ ਕਾਇਆ, ਤੇਰੀ ਕੋਈ ਕਾਇਆ ਨਹੀਂ, ਕਿਉਂਕਿ ਤੂੰ ਜਨਮ ਦੇ ਵਿੱਚ ਹੀ ਨਹੀਂ ਹੈ। ਤੂੰ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਪਰ ਮੇਰੇ ਮਾਲਕ ਜੀ ਤੈਨੂੰ ਪੈਦਾ ਨਹੀਂ ਕੀਤਾ ਜਾ ਸਕਦਾ। ਜਿਹੜੇ ਪ੍ਰਮਾਤਮਾ ਦੀਆਂ ਤਸਵੀਰਾਂ ਬਣਾ ਕੇ ਕਹਿੰਦੇ ਨੇ ਰੱਬ ਦੀ ਪੂਜਾ ਕਰੋ, ਆਪ ਪ੍ਰਮਾਤਮਾ ਦਾ ਸਰੂਪ ਹੈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਸਭ ਅਡੰਬਰ ਨੇ, ਸਭ ਪਾਖੰਡ ਨੇ, ਝੂਠ ਹੈ। ਉਸ ਪ੍ਰਮਾਤਮਾ ਦੀ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ ਅਕਾਏ, ਉਹਦੀ ਕਾਇਆ ਨਹੀਂ, ਉਹ ਕਿਸੇ ਸਰੀਰ ਵਿੱਚ ਨਹੀਂ ਆਂਦਾ। ਤਾਂ ਹੀ ਸਾਹਿਬ ਨੇ ਆਖਿਆ ਸੋ ਮੁਖ ਜਲੋ ਜਿਤ ਕਹਿ ਠਾਕੁਰ ਜੋਨੀ। ਉਹ ਮੁਖ ਸੜ ਜਾਏ
ਸਾਹਿਬ ਕਹਿੰਦੇ ਨੇ ਜਿਹੜਾ ਇਹ ਕਹਿੰਦਾ ਵੀ ਰੱਬ ਜੂਨਾ ਵੀ ਚਾਹੁੰਦਾ ਹੈ। ਨਮਸਤੰ ਅਜਾਏ, ਅਜਾਏ ਦਾ ਮਤਲਬ ਹੈ ਜਾਏ, ਜਨਣਾ, ਪੈਦਾ ਹੋਣਾ। ਪਾਤਸ਼ਾਹ ਕਹਿੰਦੇ ਨੇ ਕਿਉਂ, ਕਿਉਂਕਿ ਉਹਦਾ ਕਾਇਆ ਕਿਉਂ ਨਹੀਂ, ਕਿਉਂਕਿ ਸਾਹਿਬ ਕਹਿੰਦੇ ਨੇ ਉਹਨੂੰ ਪੈਦਾ ਹੀ ਨਹੀਂ ਕੀਤਾ ਜਾ ਸਕਦਾ। ਉਹ ਕੋਈ ਮੇਰੇ ਤੁਹਾਡੇ ਤਰ੍ਹਾਂ ਮਾਂ ਦੇ ਉਦਰ ਤੋਂ ਜਨਮ ਲੈ ਕੇ ਨਹੀਂ ਆਇਆ। ਸਤਿਗੁਰ ਕਹਿੰਦੇ ਨੇ ਉਹ ਸੰਸਾਰ ਦੇ ਅੰਦਰ ਕਿਸੇ ਇਸਤਰੀ ਤੋਂ ਪੈਦਾ ਨਹੀਂ ਹੋਇਆ। ਉਹਦਾ ਪ੍ਰਕਾਸ਼ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਹਿਭੰਗ ਆਪਣੇ ਆਪ ਤੋਂ ਹੈ। ਜਿਹਨੂੰ ਸਾਹਿਬ ਦੀ ਬਾਣੀ ਕਹਿੰਦੀ ਅਰਬਦ ਨਰਬਦ ਧੁੰਦੂ ਕਾਰਾ ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿ ਨਾ ਚੰਦ ਨਾ ਸੂਰਜ ਸੁਨ ਸਮਾਦ ਲਗਾਏਂਦਾ। ਉਹ ਤੇ ਅਫੁਰ ਅਵਸਥਾ ਵਿੱਚ ਸੀ ਬੈਠਾ, ਉਹਦੇ ਅੰਦਰ ਫੁਰਨਾ ਪੈਦਾ ਹੋਇਆ। ਉਹਨੇ ਆਪਣੇ ਆਪ ਤੋਂ ਸਾਰੀ ਸ੍ਰਿਸ਼ਟੀ ਦਾ ਵਿਕਾਸ ਕੀਤਾ। ਪਹਿਲ ਪੁਰਸ਼ਾਬਰਾ ਅਥੋਨ ਪੁਰਸ਼ਾਦਮਰਾ, ਅਸਗਾ ਉਸਗਾ ਹਰ ਕਾ ਬਾਗਰਾ, ਨਾਚੈ ਪਿੰਦੀ ਮੈਂ ਸਾਗਰਾ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੇ ਕਰ ਆਸਨ ਡਿਠੋ ਚਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੈ ਪਸਾਓ। ਸਭ ਕਹਿੰਦੇ ਨੇ ਉਹਦਾ ਕੋਈ ਰੂਪ ਨਹੀਂ, ਉਹ ਤੇ ਅਜਾਏ, ਉਹ ਕਿਸੇ ਇਸਤਰੀ ਤੋਂ ਪੈਦਾ ਹੋਣ ਵਾਲਾ ਨਹੀਂ। ਫਿਰ ਸਤਿਗੁਰ ਕਹਿੰਦੇ ਨਮਸਤੰ ਅਗੰਜੇ, ਅਗੰਜੇ ਨਮਸਤੰ ਅਪੰਜੇ, ਨਮਸਤੰ ਅਨਾਮੇ ਨਮਸਤੰ ਅਠਾਮੇ। ਅਗੰਜੇ ਦਾ ਭਾਵੇਂ ਗੰਜ, ਜਿਹਨੂੰ ਜਿੱਤਿਆ ਨਾ ਜਾ ਸਕੇ। ਅਗੰਜੇ ਦਾ ਮਤਲਬ ਹੋ ਗਿਆ ਜਿਹਨੂੰ ਜਿੱਤਿਆ। ਗੰਜ ਦਾ ਮਤਲਬ ਹੈ ਜਿੱਤਣਾ। ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ ਸ਼ੀਸ਼ ਗੰਜ, ਸ਼ਹੀਦ ਗੰਜ, ਇਹ ਦੋ ਸ਼ਬਦ ਨੇ। ਜਿੱਥੇ ਗੁਰਸਿੱਖਾਂ ਦੀ ਸ਼ਹਾਦਤ ਹੋਈ ਉਹ ਸ਼ਹੀਦ ਗੰਜ ਹੈ, ਤੇ ਜਿੱਥੇ ਗੁਰੂ ਸਾਹਿਬ ਜੀ ਦਾ ਸੀਸ ਲੱਗਾ ਉਹ ਸ਼ੀਸ਼ ਗੰਜ ਹੈ। ਆਪ ਪਾਵਨ ਅਸਥਾਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਤੇ ਜਾਂਦੇ ਹੋ, ਸ਼ੀਸ਼ਗੰਜ ਸਾਹਿਬ। ਇਹ ਧੰਨ ਗੁਰੂ ਪਾਤਸ਼ਾਹ ਜੀ ਦਾ ਉਹ ਥਾਂ ਹੈ ਜਿੱਥੇ ਸਤਿਗੁਰਾਂ ਦਾ ਸੀਸ ਲੈ ਗਿਆ, ਪਰ ਸਤਿਗੁਰਾਂ ਦੇ ਸਿਰ ਨੂੰ ਜਿੱਤਿਆ ਨਹੀਂ ਜਾ ਸਕਿਆ। ਤਾਂ ਹੀ ਗੁਰੂ ਕਲਗੀਧਰ ਸਾਹਿਬ ਜੀ ਨੇ ਬਚਨ ਕਹੇ ਸਨ ਕਿ ਹੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਸੀਸ ਦਿਆ ਪਰ ਸਿਰ ਨਾ ਦਿਆ, ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ, ਬੜੋ ਕਲੂ ਮੈਂ ਸਾਕਾ, ਧਰਮ ਹੇਤ ਇਤੇ ਜਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਮੇਰੇ ਮਾਲਕ ਅਕਾਲ ਪੁਰਖ ਜੀ, ਤੈਨੂੰ ਨਮਸਕਾਰ ਹੈ, ਤੈਨੂੰ ਸੰਸਾਰ ਦੀ ਕੋਈ ਤਾਕਤ ਜਿੱਤ ਨਹੀਂ ਸਕਦੀ, ਤੈਨੂੰ ਕੋਈ ਜਿੱਤ ਨਹੀਂ ਸਕਦਾ। ਨਮਸਤੰ ਅਗੰਜੇ, ਨਮਸਤੰ ਅਪੰਜੇ, ਅਪੰਜੇ ਦਾ ਮਤਲਬ ਹੈ ਤੋੜਨਾ, ਭੰਨਣਾ, ਪੰਜ ਤੋੜਨਾ, ਅਪੰਜੇ ਜਿਹਨੂੰ ਤੋੜਿਆ ਨਾ ਜਾ ਸਕੇ। ਇਹ ਸਤਿਗੁਰ ਤੈਨੂੰ ਨਮਸਕਾਰ ਹੈ, ਤੈਨੂੰ ਟੁਕੜਿਆਂ ਵਿੱਚ ਵੰਡਿਆ ਨਹੀਂ ਜਾ ਸਕਦਾ। ਇਹ ਨਹੀਂ ਆਖਿਆ ਜਾ ਸਕਦਾ ਆਹ ਹਿੱਸਾ ਤੇਰਾ ਹੈ, ਆਹ ਹਿੱਸੇ ਦੀ ਪੂਜਾ ਇਹ ਬੰਦਾ ਕਰੇਗਾ, ਇਸ ਹਿੱਸੇ ਦੀ ਪੂਜਾ ਆ ਕਰੇਗਾ। ਸਤਿਗੁਰ ਤੇਰੇ ਟੁਕੜੇ ਨਹੀਂ ਹੋ ਸਕਦੇ। ਇਸੇ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਤਾਂ ਹੀ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਉਹਦੇ ਟੁਕੜੇ ਨਹੀਂ ਹੋ ਸਕਦੇ। ਸਭ ਕਹਿੰਦੇ ਨਮਸਤੰ ਅਗੰਜੇ, ਨਮਸਤੰ ਅਪੰਜੇ, ਅਪੰਜੇ ਟੁਕੜੇ ਨਹੀਂ ਕੀਤੇ ਜਾ ਸਕਦੇ, ਉਹਨੂੰ ਭੰਨਿਆ ਨਹੀਂ ਜਾ ਸਕਦਾ। ਹੇ ਸਤਿਗੁਰ ਤੈਨੂੰ ਨਮਸਕਾਰ ਹੈ, ਤੇਰੇ ਟੁਕੜੇ ਨਹੀਂ ਹੋ ਸਕਦੇ, ਤੈਨੂੰ ਭੰਨਿਆ ਨਹੀਂ ਜਾ ਸਕਦਾ। ਨਮਸਤੰ ਅਨਾਮੇ, ਨਮਸਤੰ ਅਠਾਮੇ। ਅਨਾਮ ਦਾ ਮਤਲਬ ਹੈ, ਨਾਮ ਦਾ ਮਤਲਬ ਹੈ ਸਾਧ ਸੰਗਤ ਜੀ ਨਾਮ। ਜਿਵੇਂ ਸਾਡੇ ਨਾਮ ਨੇ ਫਲਾਣਾ ਸਿੰਘ, ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ ਪ੍ਰਮਾਤਮਾ ਦਾ ਜਿਹੜਾ ਹੈ ਉਹ ਨਾਮ ਨਹੀਂ ਕੋਈ। ਅਨਾਮੇ ਦਾ ਮਤਲਬ ਹੈ ਜਿੰਦਾ ਕੋਈ ਖਾਸ ਨਾਂ ਨਹੀਂ। ਆਪਾਂ ਕੱਲ ਬਚਨ ਸਾਂਝੇ ਕਰਕੇ ਗਏ ਹਾਂ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਾਹਿਬ ਕਹਿੰਦੇ ਨੇ ਮੇਰੇ ਮਾਲਕ ਅਸਲ ਵਿੱਚ ਜਿੰਨੇ ਨਾਮ ਨੇ, ਇਹ ਪਾਤਸ਼ਾਹ ਜੀ ਕਹਿਣ ਲੱਗੇ ਸਰਵ ਨਾਮ ਕਥੈ ਕਮਨ, ਕਰਮ ਨਾਮ ਬਰਨਤ ਸੁਮਤ। ਇਹ ਤੇਰੇ ਕਰਮ ਨਾਮ ਨੇ, ਜਿਹਨੂੰ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਕਹਿੰਦੀ ਹੈ ਕਿ ਕੀਰਤਮ ਨਾਮ ਕਥੇ ਤੇਰੇ ਜੀਹਬਾ, ਸਤ ਨਾਮ ਤੇਰਾ ਪਰਾਪੁਰਬਲਾ। ਸਤਿਗੁਰ ਇਹ ਜਿੰਨੇ ਨਾਮ ਜੀਹਬਾ ਕੱਥ ਰਹੀਏ ਇਹ ਤੇਰੇ ਕੀਰਤਮ ਨਾਮ ਨੇ, ਪਰ ਤੇਰਾ ਸਦਾ ਰਹਿਣ ਵਾਲਾ ਨਾਮ ਸਤ ਨਾਮ ਹੈ। ਭਾਵ ਤੂੰ ਸਦਾ ਹਾਜ਼ਰ ਨਾਜ਼ਰ ਹੈ, ਇਹੀ ਤੇਰਾ ਨਾਮ ਤੈਨੂੰ ਫੱਬਦਾ ਹੈ। ਬਾਕੀ ਸਭ ਤੇਰੀ ਕਿਰਤੀ ਵਿੱਚੋਂ ਨਾਮ ਪ੍ਰਗਟ ਹੋਏ ਨੇ। ਕਿਸੇ ਨੇ ਤੇਰੀ ਕੋਈ ਦਾਤ ਨੂੰ ਸਮਝਿਆ, ਕਿਸੇ ਨੇ ਕੋਈ ਦਾਤ ਨੂੰ ਸਮਝਿਆ, ਉਹਨੇ ਦਾਤ ਦੇ ਮੁਤਾਬਕ ਦਾਤੇ ਦਾ ਅੰਦਾਜ਼ਾ ਲਾਇਆ। ਪਰ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨਮਸਤੰ ਅਨਾਮੇ, ਹੇ ਮੇਰੇ ਸਤਿਗੁਰ ਤੈਨੂੰ ਨਮਸਕਾਰ ਹੈ, ਤੇਰਾ ਕੋਈ ਨਾਮ ਨਹੀਂ। ਨਮਸਤੰ ਅਠਾਮੇ, ਹੇ ਸਤਿਗੁਰ ਤੈਨੂੰ ਨਮਸਕਾਰ ਹੈ, ਤੇਰੀ ਕੋਈ ਖਾਸ ਥਾਂ ਨਹੀਂ। ਨਮਸਤੰ ਅਕਰਮੰ, ਅਕਰਮੰ ਦਾ ਭਾਵੇਂ ਕਰਮ ਤੋਂ ਰਹਿਤ, ਹੇ ਸਤਿਗੁਰ ਤੈਨੂੰ ਨਮਸਕਾਰ ਹੈ, ਤੂੰ ਕਰਮ ਤੋਂ ਰਹਿਤ ਹੈ, ਤੇਰੇ ਉੱਪਰ ਕਰਮ ਨਹੀਂ,
ਕੋਈ ਵੀ ਸੰਸਾਰ ਦੇ ਬੰਦਾ ਜਿਹੜਾ ਕਰਮਾਂ ਦੇ ਅਧੀਨ ਹੈ, ਜੋ ਕਰੇਗਾ ਸੋ ਉਹਨੂੰ ਪ੍ਰਾਪਤ ਹੋਏਗਾ, ਕਿਉਂਕਿ ਇਹ ਕਰਮ ਕਰ ਰਿਹਾ ਸਰੀਰ ਕਰਕੇ। ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ, ਸਤਿਗੁਰ ਤੇਰਾ ਸਰੀਰ ਨਹੀਂ, ਤੇਰੀ ਹਸਤੀ ਨਹੀਂ, ਤੂੰ ਸੰਸਾਰ ਦੇ ਅੰਦਰ ਮਨੁੱਖ ਦੀ ਤਰ੍ਹਾਂ ਕਰਮ ਨਹੀਂ ਕਰਦਾ ਜਿਹੜਾ ਤੈਨੂੰ ਕਰਮਾਂ ਵਿੱਚ ਬੰਨੀਏ ਵੀ ਰੱਬ ਦੇ ਵੀ ਕੋਈ ਪਾਪ ਨੇ, ਰੱਬ ਵੀ ਕੋਈ ਦੋਸ਼ਾਂ ਦੇ ਵਿੱਚ ਆਂਦਾ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ, ਉਹ ਕਰਮਾਂ ਤੋਂ ਰਹਿਤ ਹੈ, ਉਹ ਕਿਸੇ ਕਰਮ ਦੇ ਅਧੀਨ ਨਹੀਂ ਆਂਦਾ, ਉਹ ਕਰਮਾਂ ਦੇ ਬੰਧਨਾਂ ਦੇ ਵਿੱਚ ਨਹੀਂ ਹੈ। ਉਹ ਸਤਿਗੁਰ ਕਹਿੰਦੇ, ਨਮਸਤੰ ਅਕਰਮੰ ਨਮਸਤੰ ਅਧਰਮੰ। ਅਧਰਮੰ ਦਾ ਅਰਥ ਸਾਧ ਸੰਗਤ ਜੀ ਕਿ ਜਿਹੜਾ ਮਨੁੱਖ ਹੈ ਇਹਦੇ ਅੰਦਰ ਤੱਤਾਂ ਦੇ ਜਿਹੜੇ ਗੁਣ ਨੇ, ਜਿਵੇਂ ਤੱਤ ਨੇ 5 ਤੱਤ, ਉਹਨਾਂ ਤੱਤਾਂ ਦੇ ਗੁਣ ਇਹਦੇ ਅੰਦਰੋਂ ਪ੍ਰਗਟ ਹੁੰਦੇ ਨੇ, ਕਿਉਂਕਿ ਸਰੀਰ ਕਰਕੇ ਇਹਦੀ ਹੋਂਦ ਹੈ। ਤੇ ਸਤਿਗੁਰ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਮੇਰੇ ਮਾਲਕ ਤੈਨੂੰ ਨਮਸਕਾਰ ਹੈ, ਤੇਰੇ ਸੁਭਾਅ ਦੇ ਅੰਦਰ ਇਹ ਜਿਹੜੇ ਤੱਤ ਨੇ, ਇਹਨਾਂ ਤੱਤਾਂ ਦਾ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ, ਸਤਿਗੁਰ ਇਹ ਤੇਰੇ ਸੁਭਾਅ ਦੇ ਅੰਦਰ ਅਧਰਮੰ, ਇਹ ਤੇਰੇ ਸੁਭਾਅ ਦੇ ਅੰਦਰ ਨਹੀਂ। ਭਾਵੇਂ ਹੈ ਕਿ ਤੂੰ ਇਹਨਾਂ ਪੰਜਾਂ ਨੂੰ ਸਾਜਣ ਵਾਲਾ ਹੈ, ਪਰ ਇਹ ਪੰਜ ਜਿਹੜੇ ਤੇਰੇ ਸਤਿਗੁਰ ਜੀ, ਇਹ ਜਿਹੜੇ ਤੱਤ ਨੇ, ਇਹਨਾਂ ਪੰਜਾਂ ਦਾ ਤੂੰ ਪੁਤਲਾ ਬਣਿਆ ਹੋਇਆ ਨਹੀਂ, ਇਸ ਕਰਕੇ ਇਹਨਾਂ ਦਾ ਪ੍ਰਭਾਵ ਤੇਰੇ ਉੱਤੇ ਨਹੀਂ। ਤੂੰ ਸਾਰੀ ਸ੍ਰਿਸ਼ਟੀ ਨੂੰ ਪੰਜ ਤੱਤ ਕਰ, ਤੁਧ ਸ੍ਰਿਸ਼ਟ ਸਭ ਸਾਜੀ, ਤੂੰ ਸਾਰੀ ਸ੍ਰਿਸ਼ਟੀ ਨੂੰ ਪੰਜਾਂ ਤੱਤਾਂ ਵਿੱਚ ਸਾਜੇ। ਪਰ ਸਤਿਗੁਰ ਕਹਿੰਦੇ ਨੇ, ਮੇਰੇ ਮਾਲਕ ਇਹਨਾਂ ਪੰਜਾਂ ਤੱਤਾਂ ਦਾ ਪ੍ਰਭਾਵ ਤੇਰੇ ਉੱਤੇ ਨਹੀਂ, ਕਿਉਂਕਿ ਇਹਦਾ ਪ੍ਰਭਾਵ ਉਹਦੇ ਉੱਤੇ ਹੋਏਗਾ ਜੋ ਜਨਮ ਲਏਗਾ, ਜੋ ਸ੍ਰਿਸ਼ਟੀ ਦੇ ਅੰਦਰ ਆਇਆ ਕਿਸੇ ਰੂਪ ਵਿੱਚ ਵੀ। ਪਰ ਸਾਹਿਬ ਕਹਿੰਦੇ ਨੇ, ਜਿੰਦਾ ਕੋਈ ਰੂਪ ਰੰਗ ਰੇਖ ਨਹੀਂ, ਉਹਦੇ ਤੇ ਨਾ ਪੰਜਾਂ ਤੱਤਾਂ ਦਾ ਪ੍ਰਭਾਵ ਨਹੀਂ। ਨਮਸਤੰ ਅਨਾਮੰ। ਅਨਾਮੰਗ ਦਾ ਮਤਲਬ ਹੈ ਜਿੰਦਾ ਕੋਈ ਸੰਸਾਰ ਦੇ ਅੰਦਰ ਨਾਮ ਨਹੀਂ, ਜਿਹਨੂੰ ਆਪਾਂ ਪਿੱਛੇ ਵੀ ਪੜ੍ਹ ਕੇ ਗਏ ਆ, ਕੋਈ ਖਾਸ ਨਾਮ ਨਹੀਂ, ਅਗਨਾਮੇ। ਇਸੇ ਤਰ੍ਹਾਂ ਤੇ ਸ਼ਬਦ ਆਇਆ ਅਨਾਮੰ। ਇਹ ਸਤਿਗੁਰ ਤੇਰਾ ਕੋਈ ਖਾਸ ਨਾਮ ਨਹੀਂ, ਜਿਹਨੂੰ ਲੈ ਕੇ ਤੈਨੂੰ ਚੇਤਾ ਕਰੀਏ, ਤੈਨੂੰ ਨਮਸਕਾਰ ਹੈ। ਨਮਸਤੰ ਅਧਾਮੰ। ਅਧਾਮੰਗ ਦਾ ਮਤਲਬ ਹੈ ਧਾਮ, ਕਹਿੰਦੇ ਨੇ ਥਾਂ ਨੂੰ। ਇਹ ਸਤਿਗੁਰ ਤੇਰੀ ਕੋਈ ਖਾਸ ਥਾਂ ਨਹੀਂ, ਜਿਸ ਥਾਂ ਦਾ ਨਾਮ ਲੈ ਕੇ ਆਖੀਏ ਵੀ ਪਰਮਾਤਮਾ ਤੂੰ ਇਸ ਥਾਂ ਤੇ ਵਸਦਾ। ਭਾਵੇਂ ਵੀ ਜੇ ਤੈਨੂੰ ਆਖੀਏ ਵੀ ਜਿਵੇਂ ਧਿਰ ਦੀ ਸੋਚ ਹੈ ਵੀ ਅੱਲਾ ਪਰਮਾਤਮਾ ਜਿਹੜਾ ਹੈ ਉਹ ਪੱਛਮ ਦੇ ਅੰਦਰ ਵਸਦਾ ਹੈ, ਇੱਕ ਸੋਚੇ ਕਹਿੰਦੀ ਪਰਮਾਤਮਾ ਦੱਖਣ ਦੇ ਅੰਦਰ ਵਸਦਾ ਹੈ। ਪਰ ਪਾਤਸ਼ਾਹ ਜੀ ਦੀ ਪਾਵਨ ਬਾਣੀ ਕਹਿੰਦੀ ਏ ਕਿ ਪੱਛਮ ਦੇਸ਼ ਹਰੀ ਕਾ ਵਾਸਾ। ਵੀ ਜੇ ਇਹ ਮੰਨ ਲਿਆ ਜਾਏ ਵੀ ਪੱਛਮ ਵਿੱਚ ਪਰਮਾਤਮਾ ਦਾ ਵਾਸਾ ਹੈ, ਤੇ ਫਿਰ ਇਹ ਜਿਹੜੀਆਂ ਦੂਜੀਆਂ ਥਾਵਾਂ ਨੇ, ਹੋਰ ਸੰਸਾਰ ਤੇ ਜਿਹੜੀਆਂ ਥਾਵਾਂ ਨੇ, ਉਹਨਾਂ ਥਾਵਾਂ ਨੂੰ ਸੰਭਾਲਣ ਵਾਲਾ ਕੌਣ ਹੈ? ਅਵਰ ਮੁਲਕ ਕੀ ਸਖੇਰਾ, ਹੋਰ ਮੁਲਕ ਦੀ ਸੰਭਾਲ ਕਰਨ ਵਾਲਾ ਕੌਣ ਹੈ? ਤਾਂ ਹੀ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮੈਂ ਪਰਮਾਤਮਾ ਨੂੰ ਮਿਲਣ ਗਿਆ, ਹਜ ਕਾਬੈ ਹੋਂ ਜਾਏ ਥਾ ਆਗੇ ਮਿਲਿਆ ਖੁਦਾਏ, ਸਾਈਂ ਮੁਝਸਿਓ ਲੜ ਪਰਿਆ ਤੁਝੇ ਕਿਨ ਫਰਮਾਈ ਗਏ। ਮੇਰਾ ਮਾਲਕ ਮੇਰੇ ਤੇ ਖੁਸ਼ ਹੋਣ ਦੀ ਬਜਾਏ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮੇਰੇ ਨਾਲ ਲੜ ਪਿਆ। ਕਹਿੰਦਾ ਤੈਨੂੰ ਕਿਹਨੇ ਆਖਿਆ ਵੀ ਮੈਂ ਇਸ ਥਾਂ ਤੇ ਰਹਿਣਾ? ਭਾਵ ਇਹ ਹੈ ਵੀ ਮੇਰੇ ਸਤਿਗੁਰ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਉਹਦੀ ਕੋਈ ਖਾਸ ਥਾਂ ਨਹੀਂ। ਇਹ ਮੇਰੇ ਸਤਿਗੁਰ ਤੈਨੂੰ ਨਮਸਕਾਰ ਹੈ। ਨਮਸਤੰ ਅਜੀਤੇ ਨਮਸਤੰ ਅਬੀਤੇ, ਨਮਸਤੰ ਅਬਾਹੇ ਨਮਸਤੰ ਅਡਾਹੇ। ਇਹ ਸਤਿਗੁਰ ਜੀ ਤੈਨੂੰ ਨਮਸਕਾਰ ਹੈ, ਤੈਨੂੰ ਜਿੱਤਿਆ ਨਹੀਂ ਜਾ ਸਕਦਾ। ਇਹ ਸਾਧ ਸੰਗਤ ਜੀ ਜੀਤ ਦਾ ਮਤਲਬ ਹੁੰਦਾ ਜਿੱਤਣਾ। ਇਸ ਕਰਕੇ ਮੈਂ ਆਰੰਭਤਾ ਵਿੱਚ ਬੇਨਤੀ ਕੀਤੀ ਵੀ ਸਾਰਿਆਂ ਦੇ ਅੱਖਰ ਦੇ ਅੱਗੇ ਐਡਾ ਅਗੇਤਰ ਹੈ, ਇਹ ਸਾਰੇ ਨੈਗੇਟਿਵ ਸੈਂਸ ਵਿੱਚ ਜਾਣਗੇ ਜਿੰਨੇ ਵੀ ਸ਼ਬਦ ਹੋਣਗੇ। ਜੀਤ ਦਾ ਮਤਲਬ ਹੈ ਜਿੱਤਣਾ, ਅਜੀਤ ਦਾ ਮਤਲਬ ਹੈ ਜਿਹਨੂੰ ਜਿੱਤਿਆ ਨਹੀਂ ਜਾ ਸਕਦਾ। ਸਤਿਗੁਰ ਕਹਿੰਦੇ ਨੇ ਮੇਰੇ ਮਾਲਕ ਤੈਨੂੰ ਨਮਸਕਾਰ ਹੈ, ਤੈਨੂੰ ਜਿੱਤਿਆ ਨਹੀਂ ਜਾ ਸਕਦਾ, ਤੈਨੂੰ ਨਮਸਕਾਰ ਹੈ, ਤੈਨੂੰ ਡਰਾਇਆ ਨਹੀਂ ਜਾ ਸਕਦਾ। ਅਪੀਤੇ, ਅਪੀਤੇ ਦਾ ਮਤਲਬ ਹੈ ਡਰਾਣਾ। ਕੋਈ ਤੈਨੂੰ ਡਰਾਵਾ ਨਹੀਂ ਦੇ ਸਕਦਾ ਕਿਸੇ ਚੀਜ਼ ਦਾ, ਕਿਉਂਕਿ ਤੇਰੇ ਤੇ ਸਮੇਂ ਦਾ ਪ੍ਰਭਾਵ ਨਹੀਂ। ਇਸ ਕਰਕੇ ਡਰਾਇਆ ਬੰਦੇ ਨੂੰ ਜਾਂਦਾ ਹੈ ਜਿਹਨੂੰ ਮੌਤ ਦਾ ਡਰ ਹੈ। ਪਰ ਸਾਹਿਬ ਕਹਿੰਦੇ ਨੇ ਜਿਹੜਾ ਤੇਰੇ ਚਰਨਾਂ ਨਾਲ ਜੁੜ ਜਾਏ, ਸੱਚੇ ਸਾਧ ਸੰਗਤ, ਜਿੱਥੇ ਕਰਤਾ ਨਿਰਭਉ ਹੈ, ਜਿਹੜਾ ਉਹਦੇ ਚਰਨਾਂ ਨਾਲ ਜੁੜ ਜਾਏ ਉਹ ਵੀ ਨਿਰਭਉ ਹੋ ਜਾਂਦਾ ਹੈ। ਨਾ ਕਰਤੇ ਨੂੰ ਡਰਾਇਆ ਜਾ ਸਕਦਾ, ਨਾ ਉਹਦੇ ਚਰਨਾਂ ਵਿੱਚ ਜੁੜੀ ਹਸਤੀ ਨੂੰ ਡਰਾਇਆ ਜਾ ਸਕਦਾ ਹੈ। ਤਾਂ ਹੀ ਗੁਰੂ ਕਲਗੀਧਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਸਾਹਿਬ ਕਹਿੰਦੇ ਨਮਸਤੰ ਅਪੀਤੇ, ਇਹ ਮੇਰੇ ਮਾਲਕ ਜੀ ਤੈਨੂੰ ਡਰਾਇਆ ਨਹੀਂ ਜਾ ਸਕਦਾ, ਤੈਨੂੰ ਨਮਸਕਾਰ ਹੈ। ਨਮਸਤੰ ਅਬਾਹੇ, ਅਬਾਹੇ ਦਾ ਮਤਲਬ ਹੈ ਜਿਹਨੂੰ ਹਿਲਾਇਆ ਨਾ ਜਾ ਸਕੇ। ਬਾਹ ਹਿਲਾਣਾ, ਅਬਾਹ ਜਿਹਨੂੰ ਹਿਲਾਇਆ ਨਾ ਜਾ ਸਕੇ, ਜਿੰਦਾ ਤਖਤ ਅਡੋਲ ਹੈ। ਐਸਾ ਨਹੀਂ ਹੈ ਵੀ ਸਤਿਗੁਰ ਜੀ ਤੂੰ ਕਿਸੇ ਤਖਤ ਤੇ ਬੈਠਾ ਹੈ ਜਿਹਨੂੰ ਹਿਲਾਇਆ ਜਾ ਸਕੇ, ਬਦਲਿਆ ਜਾ ਸਕੇ, ਚੇਂਜ ਕੀਤਾ ਜਾ ਸਕੇ। ਤੈਨੂੰ ਹਿਲਾਇਆ ਨਹੀਂ ਜਾ ਸਕਦਾ, ਬਦਲਿਆ ਨਹੀਂ ਜਾ ਸਕਦਾ।
ਨਮਸਤੰ ਅਡਾਹੇ। ਸਤਿਗੁਰ ਤੈਨੂੰ ਨਮਸਕਾਰ ਹੈ ਜਿਹਨੂੰ ਨਾ ਹੀ ਡੇਗਿਆ ਜਾ ਸਕਦਾ ਹੈ। ਜਿਵੇਂ ਕੋਈ ਬੰਦਾ ਕਿਸੇ ਉੱਚੀ ਥਾਂ ਤੇ ਬੈਠਾ ਹੋਵੇ, ਤੈਨੂੰ ਡਿੱਗਣ ਦਾ ਡਰ ਹੋਵੇ, ਸਤਿਗੁਰ ਤੈਨੂੰ ਕੋਈ ਡਰਾ ਨਹੀਂ ਸਕਦਾ, ਨੀਚੇ ਡੇਗ ਨਹੀਂ ਸਕਦਾ, ਤੇਰੇ ਤਖਤ ਨੂੰ ਢਾ ਨਹੀਂ ਸਕਦਾ ਕੋਈ। ਤੇਰਾ ਤਖਤ ਅਡੋਲ ਹੈ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨ। ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਦੇ। ਇਹ ਸਤਿਗੁਰੂ ਪਰਮਾਤਮਾ ਤੈਨੂੰ ਨਮਸਕਾਰ ਹੈ। ਅਨੀਲੇ ਦਾ ਮਤਲਬ ਹੈ ਜਿਹੜਾ ਬਿਲਕੁਲ ਰੰਗ ਰੂਪ ਤੋਂ ਸ਼ੁੱਧ ਸਰੂਪ ਹੈ, ਜਿੰਦੇ ਤੇ ਰੰਗਾਂ ਦਾ ਪ੍ਰਭਾਵ ਨਹੀਂ, ਜਿੰਦੇ ਤੇ ਮੈਲ ਦਾ ਪ੍ਰਭਾਵ ਨਹੀਂ, ਜਿਹੜਾ ਸ਼ੁੱਧ ਸਰੂਪ ਹੈ। हे ਸਤਿਗੁਰ ਜੀ ਤੈਨੂੰ ਨਮਸਕਾਰ ਹੈ। ਤੂੰ ਰੰਗ ਰੂਪ ਤੋਂ ਨਿਆਰਾ ਹੈ, ਤੇਰੇ ਤੇ ਕੋਈ ਦਾਗ ਨਹੀਂ। ਨਮਸਤੰ ਅਨਾਦੇ। ਨਾਦ ਕਹਿੰਦੇ ਨੇ ਆਵਾਜ਼ ਨੂੰ। ਅਨਾਦ ਦਾ ਮਤਲਬ ਹੈ ਜਿੰਦਾ ਕੋਈ ਮੁੱਢ ਨਹੀਂ। ਧਿਆਨ ਦੇਣਾ, ਨਾਦ ਸ਼ਬਦ ਦੋ ਢੰਗਾਂ ਵਿੱਚ, ਦੋ ਅਰਥਾਂ ਵਿੱਚ ਬਾਣੀ ਵਿੱਚੋਂ ਆਪਾਂ ਪੜ੍ਹਦੇ ਹਾਂ। ਇੱਕ ਨਾਦ ਦਾ ਮਤਲਬ ਹੈ ਆਵਾਜ਼, ਇੱਕ ਨਾਦ ਦਾ ਮਤਲਬ ਹੁੰਦਾ ਹੈ ਮੁੱਢ। ਸਾਹਿਬ ਕਹਿੰਦੇ ਨੇ ਮੇਰੇ ਮਾਲਕ ਜੀ ਤੇਰਾ ਕੋਈ ਮੁੱਢ ਨਹੀਂ। ਇਹ ਨਹੀਂ ਕਹਿ ਸਕਦਾ ਵੀ ਰੱਬ ਇਸ ਸਮੇਂ ਦੇ ਅੰਦਰ ਪੈਦਾ ਹੋਇਆ ਸੀ। ਕੋਈ ਖਾਸ ਸਮਾਂ ਨਹੀਂ ਹੈ ਪਰਮਾਤਮਾ ਦੇ ਪੈਦਾ ਹੋਣ ਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨਮਸਤੰ ਅਨਾਦੇ ਨਮਸਤੰ ਅਨੀਲੇ ਨਮਸਤੰ ਅਨਾਦੇ। ਸਤਿਗੁਰ ਜੀ ਤੇਰਾ ਕੋਈ ਖਾਸ ਮੁੱਢ ਨਹੀਂ। ਤੈਨੂੰ ਕੋਈ ਇਹ ਨਹੀਂ ਬਿਆਨ ਕਰ ਸਕਦਾ ਕਿ ਫਲਾਣੇ ਸਮੇਂ ਦੇ ਅੰਦਰ। ਇਹ ਕਿਹਾ ਜਾਂਦਾ ਹੈ ਸਤਯੁਗ ਤੋਂ ਸਮੇਂ ਦੀ ਸ਼ੁਰੂਆਤ ਮੰਨੀ ਜਾਂਦੀ ਹੈ, ਪਰ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਤੇਰਾ ਮੁੱਢ ਕੀ ਹੈ। ਇਹ ਸਤਿਗੁਰ ਤੇਰੇ ਮੁੱਢ ਬਾਰੇ ਕੋਈ ਨਹੀਂ ਜਾਣਦਾ, ਤੈਨੂੰ ਨਮਸਕਾਰ ਹੈ। ਨਮਸਤੰ ਅਸ਼ੇਦੇ। ਅਸ਼ੇਦ ਦਾ ਮਤਲਬ ਹੁੰਦਾ, ਛੇਦ ਦਾ ਮਤਲਬ ਹੁੰਦਾ ਛੇਦਣਾ, ਟੁਕੜੇ ਕਰਨਾ। ਇਹ ਸਤਿਗੁਰ ਤੈਨੂੰ ਨਮਸਕਾਰ ਹੈ। ਤੈਨੂੰ ਟੁਕੜੇ ਨਹੀਂ ਕੀਤੇ ਜਾ ਸਕਦੇ, ਤੈਨੂੰ ਵੰਡਿਆ ਨਹੀਂ ਜਾ ਸਕਦਾ। ਨਮਸਤੰ ਅਗਾਦੇ। ਗਾਧ ਦਾ ਮਤਲਬ ਹੁੰਦਾ ਡੂੰਘਾਈ। ਅਗਾਧ ਦਾ ਮਤਲਬ ਹੈ ਜਿੰਨੀ ਡੂੰਘਾਈ ਨੂੰ ਨਾਪਿਆ ਨਾ ਜਾ ਸਕੇ। ਤੂੰ ਇੰਨਾ ਡੂੰਘਾ ਸਤਿਗੁਰ ਜੀ ਤੈਨੂੰ ਕੋਈ ਨਾਪ ਨਹੀਂ ਸਕਦਾ, ਤੈਨੂੰ ਨਾਪਿਆ ਨਹੀਂ ਜਾ ਸਕਦਾ। ਸਾਧ ਸੰਗਤ ਇਹ 7 ਬੰਦ ਨੇ। ਅੱਜ ਸਮੇਂ ਦੀ ਸਮਾਪਤੀ। ਜਿਨ੍ਹਾਂ 7 ਬੰਦਾਂ ਦੀ ਵਿਚਾਰ ਆਪਾਂ ਅੱਜ ਕੀਤੀ ਹੈ, ਅਗਲੇ ਬੰਦਾਂ ਦੀ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਆਰੰਭ ਕਰਾਂਗੇ ਔਰ ਸਮਝਣ ਦਾ ਯਤਨ ਕਰਾਂਗੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਿਹਰਮਤ ਕਰਨ, ਬਖਸ਼ਿਸ਼ ਕਰਨ। ਇਹਨਾਂ ਅੰਮ੍ਰਿਤ ਬਚਨਾਂ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ।